ਤੁਸੀਂ ਦੇਖ ਰਹੇ ਹੋ ਕਲੇਰ ਅੰਮ੍ਰਿਤ ਚੈਨਲ ਤੇ ਮੈਂ ਤੁਹਾਡੀ ਆਪਣੀ ਅੰਮ੍ਰਿਤਪਾਲ ਕਲੇਰ। ਪਿਛਲੇ ਕੁਝ ਦਿਨਾਂ ਤੋਂ ਤੁਸੀਂ ਇਸ ਚੈਨਲ ਦੇ ਉੱਤੇ ਰਣਬੀਰ ਕੌਰ ਰਾਣਾ ਦਾ ਲਿਖਿਆ ਹੋਇਆ ਨਾਵਲ ਅਜੇ ਤਾਂ ਮੰਜ਼ਿਲ ਦੂਰ ਹੈ ਸੁਣ ਰਹੇ ਹੋ। ਅੱਜ ਤੁਸੀਂ ਇਸ ਨਾਵਲ ਦਾ ਅਗਲਾ ਭਾਗ ਸੁਣੋਗੇ। ਧੀਏ ਨਾ ਨਾ ਅੱਖਾਂ ਨਾ ਪਰ ਰਾਜ ਨੇ ਇਹ ਕਿੱਧਰਲਾ ਵਿਆਹ ਕਰਵਾਇਆ, ਇੱਕ ਟੋਲਾ ਪੂਰਾ ਕੀਤਾ ਹੈ। ਉਹਨਾਂ ਦੇ ਵੀ ਜਵਾਨ ਪੁੱਤ ਦੀ ਮੌਤ ਹੋਈ ਸੀ, ਇਹ ਬਹਾਨਾ ਹੀ ਭਾਲਦਾ ਸੀ। ਕੀ ਕਰਦੀ ਧੀਏ, ਅਖੀਰ ਤੱਕ ਤੂੰ ਮੇਰੀਆਂ ਅੱਖਾਂ ਸਾਹਵੇਂ ਰਹੀ। ਅੱਛਾ ਹੁਣ ਤੂੰ ਵੀ ਦੁਆ ਕਰੀ ਦੋਵੇਂ ਰੰਗੀ ਵਸਣ। ਪੂਨਮ ਮੈਨੂੰ ਰੂਪ ਤੇ ਉਹਦੀਆਂ ਭਾਬੀਆਂ ਨੂੰ ਪਤਾ ਜਾਂ ਸਾਡੇ ਰੱਬ ਨੂੰ ਅਸੀਂ ਉਹਨੂੰ ਕਿਵੇਂ ਜੰਝ ਚੜਾਇਆ। ਪੁੱਤ ਹੁਣ ਰੱਬ ਅੱਗੇ ਇਹੀ ਸੁੱਖਾਂ ਸੁਖਦੀਆਂ ਹਾਂ ਕਿ ਇਹਨਾਂ ਦਾ ਮੋਹ ਪਿਆਰ ਪੈ ਜਾਵੇ। ਇਹ ਕਿਹੜਾ ਨਿਆਣਾ ਹੈ, ਅੱਜ ਰਤੀਏ ਗਏ ਹੈ, ਕੱਲ ਨੂੰ ਆਉਣਗੇ, ਕਿਸੇ ਦਿਨ ਫਿਰ ਆਵੀਂ ਮਿਲ ਜਾਵੀਂ। ਧੀਏ ਰੱਬ ਤੇਰਾ ਵੀ ਘਰ ਵਸਾਵੇ। ਚੰਗਾ ਬੀਜੀ ਮੈਂ ਚਲਦੀ ਹਾਂ। ਕੁੜੀ ਮਠਿਆਈ ਦੇਵੋ ਪੂਨਮ ਨੂੰ, ਮਾਂ ਨੇ ਕਿਹਾ। ਮੇਲੋ ਤੇ ਅਜਮੇਰ ਚਾਹ ਲੈ ਕੇ ਆ ਗਈਆਂ। ਪੂਨਮ ਨੇ ਚਾਹ ਦੀ ਘੁੱਟ ਤਾਂ ਲੈ ਲਈ ਪਰ ਮਠਿਆਈ ਨਹੀਂ ਖਾਧੀ। ਤੁਰਨ ਲੱਗਿਆ ਵੱਡਾ ਸਾਰਾ ਲਿਫਾਫਾ ਪੂਨਮ ਲਈ ਤੇ ਭੁੰਡੀ ਲਈ ਅੱਡ ਅਜਮੇਰ ਨੇ ਦਿੱਤੇ। ਬਾਹਰ ਆ ਕੇ ਪੂਨਮ ਨੇ ਦੋਵੇਂ ਲਿਫਾਫੇ ਭੁੰਡੀ ਨੂੰ ਘਰ ਲਿਜਾਣ ਲਈ ਕਹਿ ਦਿੱਤਾ। ਮੈਂ ਜੈਤੋ ਤੋਂ ਲੈ ਕੇ ਆਈ ਹੋਈ ਹਾਂ, ਉੱਥੇ ਵੀ ਮੇਰੀ ਸਹੇਲੀ ਦਾ ਵਿਆਹ ਸੀ। ਭੁੰਡੀ ਤੂੰ ਇਹ ਦੋਵੇਂ ਮਠਿਆਈ ਘਰ ਲੈ ਜਾ। ਪਤਾ ਨਹੀਂ ਕਿਉਂ ਪੂਨਮ ਨੇ ਮਠਿਆਈ ਘਰੇ ਨਾ ਲਿਜਾਣ ਦਾ ਬਹਾਨਾ ਕੱਢ ਲਿਆ। ਜੇ ਭਲਾ ਚੰਦ ਕੌਰ ਨੇ ਪੁੱਛ ਲਿਆ। ਭੁੰਡੀ ਆਪਣੇ ਘਰ ਤੁਰ ਗਈ। ਪੂਨਮ ਬੈਠਕ ਵਿੱਚ ਆ ਗਈ। ਚੰਦ ਕੌਰ ਵੀ ਆ ਕੇ ਰਾਜ ਦੇ ਵਿਆਹ ਦੀਆਂ ਗੱਲਾਂ ਕਰਦੀ ਰਹੀ, ਪਰ ਉਹ ਤਾਂ ਰਾਜ ਦੇ ਦਿੱਤੇ ਨਾਵਲ ਨੂੰ ਪੜ੍ਹਦੀ ਰਹੀ। ਉਸ ਧਰਤੀ ਦੇ ਨਾਂ ਪਤਾ ਨਹੀਂ ਚੰਦ ਕੌਰ ਕੀ ਕਹਿੰਦੀ ਗਈ, ਪਰ ਪੂਨਮ ਲੰਮਾ ਹੌਕਾ ਭਰ ਕੇ ਸੌਂ ਗਈ। ਚੰਦ ਕੌਰ ਉੱਠ ਕੇ ਤੁਰ ਗਈ। ਪਿੰਡ ਦੀਆਂ ਔਰਤਾਂ ਸਿਲਾਈ ਕਢਾਈ ਤੋਂ ਬਾਅਦ ਪੂਨਮ ਨਾਲ ਹਰ ਗੱਲ ਸਾਂਝੀ ਕਰਦੀਆਂ। ਮੈਮੇ ਦੀ ਬਹੂ ਅਜੇ ਚੌਥੇ ਕੋ ਦਿਨ ਹੀ ਆਈ ਸੀ ਤਾਂ ਕਹਿੰਦੀ, ਭੈਣ ਜੀ ਮੈਨੂੰ ਐਡਾ ਕੋਈ ਸ਼ੌਕ ਨਹੀਂ ਸਿਲਾਈ ਕਢਾਈ ਦਾ, ਮੈਂ ਤਾਂ ਦੁੱਖ ਰੋਣ ਆਈ ਹਾਂ ਕਿ ਸਾਡਾ ਮਸਲਾ ਹੱਲ ਕਰ ਹੋ ਸਕਦਾ ਹੈ, ਤਾਂ ਮੈਂ ਸਾਰੀ ਉਮਰ ਤੁਹਾਡਾ ਅਹਿਸਾਨ ਨਹੀਂ ਭੁੱਲਦੀ। ਦੱਸ ਜੰਗੀਰੋ। ਭੈਣ ਜੀ ਘਰ ਦਾ ਜਦ ਸੌਦਾ ਆਉਂਦਾ ਹੈ ਤਾਂ ਦਾਰੂ ਦੇ ਡੱਬੇ ਜ਼ਰੂਰ ਆਉਂਦੇ ਹੈ। ਘਰ ਦੇ ਸਾਰੇ ਮਰਦ ਆਥਣ ਨੂੰ ਦਾਰੂ ਪੀ ਕੇ ਹੱਲਾ ਮਚਾਉਂਦੇ ਹੈ, ਜੁੰਡੋ ਜੁੰਡੀ ਹੋਣ ਤੱਕ ਜਾਂਦੇ ਹੈ, ਤੀਵੀਆਂ ਨੂੰ ਗਾਲਾਂ ਕੱਢਦੇ ਹੈ। ਹੁਣ ਤਾਂ ਸਾਡੇ ਜਵਾਕ ਵੀ ਪਿਓਆਂ ਮੂਹਰੇ ਬੋਲਣ ਲੱਗ ਪਏ ਹੈ। ਤੁਸੀਂ ਸਾਰੀਆਂ ਤੀਵੀਆਂ ਇਕੱਠੀਆਂ ਹੋ ਕੇ ਸਰਪੰਚ ਦੇ ਘਰੇ ਜਾਵੋ ਕਿ ਠੇਕਾ ਬੰਦ ਕਰਵਾਉਣ ਦਾ ਮਤਾ ਪੰਚਾਇਤ ਪਾਵੇ, ਨਹੀਂ ਤੁਸੀਂ ਧਰਨਾ ਦੇਵੋ, ਮੁਰਦਾਬਾਦ ਜਿੰਦਾਬਾਦ ਕਰੋ। ਵਿਹੜੇ ਵਾਲੀਆਂ ਬੀਬੀਆਂ ਨੂੰ ਨਾਲ ਲੈ ਕੇ ਚੱਲੋ। ਇਹ ਤਾਂ ਉਦੋਂ ਵੀ ਗੱਲ ਤੁਰੀ ਸੀ ਜਦੋਂ ਮੈਂ ਆਈ ਸੀ। ਪੂਨਮ ਨੇ ਜੰਗੀਰਾਂ ਦਾ ਦਿਲ ਧਰਾਉਂਦਿਆਂ ਬਾਗੀ ਸੁਰ ਵਿੱਚ ਕਿਹਾ। ਛੇਤੀ ਹੀ ਲਓ, ਫੇਰ ਤਾਂ ਅਸੀਂ ਝੰਡਾ ਚੁੱਕਦੀਆਂ ਹਾਂ। ਤਪਾਇਆ ਪਿਆ ਹੈ ਇਹਨਾਂ ਪਿਆਲਿਆਂ ਦਿਆਂ ਸ਼ੌਂਕੀਆਂ ਨੇ। ਕਈ ਵਾਰ ਤਾਂ ਐਂ ਜੀ ਕਰਦਾ ਹੈ ਕੁਛ ਖਾ ਕੇ ਕਿਹੜਾ ਨਾ ਮਰ ਜਾ। ਜੰਗੀਰੋ ਤਾਂ ਬਹੁਤੀ ਹੀ ਔਖੀ ਸੀ। ਸ਼ਰਾਬੀ ਮਰਦ ਮਿਹਰਬਾਨ ਨਹੀਂ ਹੁੰਦੇ, ਇਹ ਵਧੀਕੀਆਂ ਹੀ ਕਰਦੇ ਨੇ ਜਿੰਨਾ ਚਾਹੀਦਾ ਹੈ, ਜਦੋਂ ਕਿ ਇਹ ਨਸ਼ਿਆਂ ਵੱਲ ਧੱਕਿਆ ਜਾ ਰਿਹਾ ਹੈ। ਹੁਣ ਔਰਤਾਂ ਜੇ ਜਾਗ ਪਈਆਂ ਤਾਂ ਪਿੰਡ ਦਾ ਸ਼ਾਇਦ ਕੁਝ ਸੰਵਰ ਜਾਵੇ। ਆਉਂਦੀ ਸੰਗਰਾਂਦ ਉੱਤੇ ਸਰਪੰਚ ਵੀ ਗੁਰਦੁਆਰੇ ਸੀ। ਪਿੰਡ ਦੇ ਹੋਰ ਕਈ ਕੰਮ ਵਿਚਾਰਨ ਵਾਲੇ ਸਨ। ਪਿੰਡ ਦੇ ਗੰਦੇ ਪਾਣੀ ਡਰੇਨ 'ਚ ਪਾਉਣਾ ਸੀ। ਫਿਰਨੀ ਉੱਤੇ ਮਿੱਟੀ ਪਾਉਣ ਵਾਲੀ ਹੋਈ ਪਈ ਸੀ। ਕਾਂਗਰਸੀ ਘਾਹ ਪੁੱਟਣਾ ਨਹੀਂ ਸੀ ਤਾਂ SDM ਕਹਿੰਦਾ ਤੁਹਾਨੂੰ ਲੋਨ ਨਹੀਂ ਮਿਲਣਗੇ ਜੇ ਪਿੰਡ ਵਿੱਚ ਕਾਂਗਰਸੀ ਘਾਹ ਦਿਸ ਗਿਆ। ਇਹ ਕਹਿਣ ਲਈ ਤਹਿਸੀਲਦਾਰ ਤੇ ਹੋਰ ਅਮਲਾ ਫੈਲਾ ਆਇਆ ਹੋਇਆ ਸੀ। ਇਹਨਾਂ ਸਾਰੇ ਕੰਮਾਂ ਦੀ ਵਿਚਾਰ ਚਰਚਾ ਤੋਂ ਬਾਅਦ ਤਹਿਸੀਲਦਾਰ ਦੀ ਹਾਜ਼ਰੀ ਵਿੱਚ 4-5 ਔਰਤਾਂ ਨੇ ਖੜੀਆਂ ਹੋ ਕੇ ਮੰਗ ਰੱਖ ਦਿੱਤੀ ਕਿ ਪਿੰਡ 'ਚੋਂ ਠੇਕਾ ਚੁਕਵਾਇਆ ਜਾਵੇ। ਬੀਬੀ ਠੇਕੇ ਦੀ ਵਿਕਦੀ ਸ਼ਰਾਬ ਦੀ ਜੋ ਆਮਦਨ ਹੁੰਦੀ ਹੈ ਉਹਦੇ ਨਾਲ ਤਾਂ ਤੁਹਾਡੇ ਜਵਾਕ ਪੜ੍ਹਦੇ ਹੈ। ਤਹਿਸੀਲਦਾਰ ਬੋਲਿਆ। ਉਹ ਜਵਾਕ ਜੋ ਹੁਣ ਬੰਦੇ ਬਣ ਗਏ ਨੇ ਤੇ ਘਰਾਂ ਨੂੰ ਤੰਗਲੀ ਲਾਈ ਜਾਂਦੇ ਆ, ਅਸੀਂ ਇਹੋ ਜਿਹੀ ਪੜ੍ਹਾਈ ਤੋਂ ਆਪਦੇ ਜਵਾਕ ਅਨਪੜ੍ਹ ਹੀ ਰੱਖ ਲਵਾਂਗਾ। ਸੰਗਤ ਵਿੱਚ ਬੈਠੀਆਂ ਸਾਰੀਆਂ ਔਰਤਾਂ ਨੇ ਹੱਥ ਖੜੇ ਕੀਤੇ ਤੇ ਗੁਰਦੁਆਰੇ ਤੋਂ ਬਾਹਰ ਆ ਕੇ ਪਿੰਡ ਦੀ ਸੱਥ ਵਿੱਚ ਧਰਨਾ ਦੇ ਦਿੱਤਾ। ਸਰਪੰਚ ਤੇ ਨੰਬਰਦਾਰ ਉਹਨਾਂ ਵੱਲ ਹਨ। ਔਰਤ ਸ਼ਕਤੀ ਜਿੰਦਾਬਾਦ, ਠੇਕੇ ਘਰ ਮੁਰਦਾਬਾਦ। ਰਹਿੰਦੀਆਂ ਖੁੰਦੀਆਂ ਵਿਹੜੇ ਵਾਲੀਆਂ ਔਰਤਾਂ ਆ ਗਈਆਂ। ਉਹਨਾਂ ਨੇ ਤਾਂ ਪਿੱਟ ਪਿੱਟ ਕੇ ਵੈਣ ਪਾਉਣੇ ਸ਼ੁਰੂ ਕਰ ਦਿੱਤੇ। ਮਸਾਂ ਲੋਕਾਂ ਨੇ ਟਿਕਾਈਆਂ। ਸਰਪੰਚ ਨੇ ਪੰਚਾਇਤ ਨਾਲ ਰਾਏ ਕੀਤੀ। ਤਹਿਸੀਲਦਾਰ ਕਹੇ SDM ਦੇ ਜਾਓ, DC ਬਠਿੰਡਾ ਦੇ ਜਾਓ, ਫਿਰ ਗੱਲ ਬਣੂ। ਮੈਂ ਕੌਣ ਹੁੰਨਾ? 2 ਟਰੈਕਟਰ ਜੋੜ ਲਏ ਗਏ। ਪੂਨਮ ਦੇ ਲਿਖੇ ਨਾਅਰਿਆਂ ਵਾਲੀਆਂ ਤਖਤੀਆਂ ਔਰਤਾਂ ਕੋਲ ਸਨ। ਪਿੰਡ 'ਚ ਠੇਕਾ ਰਹਿਣ ਨਹੀਂ ਦੇਣਾ, ਠੇਕੇਦਾਰ ਨੂੰ ਭੱਜਣਾ ਪੈਣਾ, ਧੱਕੇਸ਼ਾਹੀ ਨਹੀਂ ਚੱਲੇਗੀ। ਇਹੋ ਜਿਹੇ ਕਿੰਨੇ ਹੀ ਨਾਅਰੇ ਸਨ। ਜੋਸ਼ ਭਰ ਰਹੇ ਸਨ। ਪਿੰਡਾਂ ਵਿੱਚ ਕਾਫਲਾ ਲੰਘ ਰਿਹਾ ਸੀ। ਉਹ ਪਿੰਡ ਵੀ ਸੁਚੇਤ ਹੋ ਰਹੇ ਸਨ। ਅਖੀਰ 3-4 ਮਹੀਨੇ ਦੇ ਲੰਮੇ ਘੋਲ ਤੋਂ ਬਾਅਦ ਪਿੰਡ ਵਿੱਚੋਂ ਮੱਸਾ ਠੇਕਾ ਚੁੱਕਿਆ ਗਿਆ। ਹੁਣ ਕੀ ਤੂੰ ਰੱਬ ਬਣ ਗਈ ਠੇਕਾ ਚੁਕਾ ਕੇ? ਮੰਡੀਓਂ ਨਹੀਂ ਆਊਂਗੀ ਦਾਰੂ। ਜੰਗੀਰੋ ਦਾ ਘਰ ਵਾਲਾ ਸੁੱਖਾ ਇੱਕ ਦਿਨ ਮੁੱਕ ਗਈ ਦਾਰੂ ਤੋਂ ਜੰਗੀਰੋ ਨੂੰ ਕਹਿਣ ਲੱਗ ਪਿਆ,
ਮੁੰਡਾ ਤੇਰਾ 10ਵੀਂ 'ਚ ਹੋ ਗਿਆ, ਜਿੱਦਣ ਉਹਨੇ ਡਾਂਗ ਚੁੱਕ ਲਈ ਮੈਨੂੰ ਨਾ ਕਹੀ। ਜਵਾਕ ਕਲੱਬ ਬਣਾਈ ਜਾਂਦੇ ਆ। ਇੱਕ ਦਿਨ ਸਲਾਹਾਂ ਕਰੀ ਜਾਂਦੇ ਸੀ ਕਿ ਜਿਨ੍ਹਾਂ ਦੇ ਘਰ ਦੇ ਬੰਦੇ ਨੇ ਸ਼ਰਾਬ ਪੀ ਕੇ ਖੌਰੂ ਪਾਇਆ ਉਹਨੂੰ ਸਵੇਰੇ ਪੰਚਾਇਤ ਵਿੱਚ ਸੱਦਿਆ ਜਾਵੇਗਾ। ਫਿਰ ਨਾ ਕਹੀਂ ਮੈਨੂੰ ਦੱਸਿਆ ਨਹੀਂ, ਜੰਗੀਰੋ ਨੇ ਜੇਤੂ ਅੰਦਾਜ਼ ਵਿੱਚ ਕਿਹਾ। ਹੁਣ ਇਹ ਮੰਡੀਰ ਇੱਧਰ ਚੱਲ ਪਈ, ਸੁੱਖਾਂ ਚਿੰਤਾ 'ਚ ਸੀ। ਮੁੰਡਾ ਤੇਰਾ ਪੜ੍ਹਾਈ 'ਚ ਕਿੰਨਾ ਹੁਸ਼ਿਆਰ ਹੈ, ਦਾਰੂ ਨੇ ਤੇਰੀ ਮੱਤ ਮਾਰ ਰੱਖੀ ਹੈ। ਉਧਰ ਧਿਆਨ ਛੱਡੇ ਤਾਂ ਜਵਾਕਾਂ ਦੀ ਖਬਰਸਾਰ ਲਵੇਂ। ਮੈਂ ਸਕੂਲ ਗਈ ਸੀ, ਮਾਸਟਰ ਕਹਿੰਦੇ ਸੀ ਭਾਈ ਇਹ ਤਾਂ ਮੁੰਡਾ ਤੁਹਾਡਾ ਡਾਕਟਰ ਬਣੂ, ਵੇਖ ਲੈ ਤੂੰ ਜੇ ਬੁਢਾਪਾ ਸੌਖਾ ਕੱਢਣਾ ਹੈ। ਜੰਗੀਰੋ ਨੇ ਗੱਲ ਉਹਦੇ ਖਾਨੇ 'ਚ ਮਸਾਂ ਪਾਈ। ਹਲਾ ਜੰਗੀਰਾ, ਮੈਂ ਸੱਚੀ ਵਾਹ ਲਾ ਕੇ ਵੇਖਦਾ ਜੇ ਮੈਂ ਇਹ ਪਾਪਣ ਛੱਡ ਦੇਵਾਂ। ਸੁੱਖੇ ਨੇ ਜੰਗੀਰਾ ਨਾਲ ਵਾਅਦਾ ਕੀਤਾ। ਜਵਾਨੀ ਵਿੱਚ ਜੋਸ਼ ਹੁੰਦਾ ਹੈ, ਜੇ ਉਹਦੀ ਹੋਸ਼ ਟਿਕਾਣੇ ਹੋਵੇ ਤਾਂ ਕੀ ਨਹੀਂ ਹੋ ਸਕਦਾ। ਸਮਾਜ ਕਲਿਆਣਕਾਰੀ ਕਲੱਬ ਅਜਿਹਾ ਬਣਿਆ ਕਿ ਪਿੰਡ ਦੀ ਭਲਾਈ ਵਾਲੀਆਂ ਧੂੜਾਂ ਹੀ ਪੱਟ ਦਿੱਤੀਆਂ। ਹੁਣ ਤਾਂ ਪਿੰਡ ਵਿੱਚ ਕਈ ਸਕੂਲ ਬਣਨ ਲੱਗ ਪਏ, ਨਾਲ ਹਾਈ ਸਕੂਲ ਵੀ। ਹਰੇਕ ਅਫਸਰ ਪਿੰਡ ਵਿੱਚ ਗੇੜਾ ਮਾਰਦਾ ਸੀ। ਸਰਕਾਰ ਦੀਆਂ ਸਕੀਮਾਂ ਨੂੰ ਲਾਗੂ ਕਰਵਾਉਣ ਲਈ ਸਰਪੰਚ ਪੂਰੀ ਵਾਰ ਲਾਉਂਦਾ ਸੀ। ਯੂਥ ਤੇ ਪੰਚਾਇਤ ਰਲ ਕੇ ਚੱਲਦੀ ਸੀ, ਇੱਕ ਦਿਨ ਦੂਜੇ ਨੂੰ ਠਿੱਬੀ ਨਹੀਂ ਸੀ ਲਾਉਂਦਾ। ਇੱਕ ਦਿਨ ਸਰਵੇ ਕਰਦੀ ਪੂਨਮ ਹਰਬੰਸ ਦੇ ਘਰ ਚਲੀ ਗਈ ਸੀ। ਬੇਜੀ ਦਾ ਬਹੁਤ ਮੋਹ ਕਰਦੀ ਸੀ। ਬੇਜੀ ਕਿੰਨੇ ਸਾਲ ਹੋ ਗਏ, ਦੁੱਧ ਤੁਹਾਡੇ ਘਰੋਂ ਹੀ ਆਉਂਦਾ ਹੈ, ਤੁਸੀਂ ਔਖਤਾ ਨਹੀਂ ਮੰਨਦੇ? ਪੂਨਮ ਸੱਚ ਜਾਣੀ ਜਿੱਦਣ ਭੁੰਡੀ ਦੁੱਧ ਲੈਣ ਨਾ ਆਵੇ ਮੇਲੋ ਹੋਰੀ ਬਿੜਕਾ ਲੈਣੀਆਂ, ਕਹਿਣਗੀਆਂ ਫਿਰਨੀਆਂ ਬੀਬੀ ਜੈਤੋ ਗਈ ਹੋਊਗੀ। ਬੇਜੀ ਹੋਰ ਕੀ ਹਾਲ ਹੈ? ਠੀਕ ਹੈ ਪੁੱਤ, ਰਾਜ ਤੇ ਅਮਨ ਨੇ ਗੱਡੀ ਲੈ ਲਈ ਹੈ, ਦੋਵੇਂ ਘਰ ਆ ਜਾਂਦੇ ਐ ਆਥਣ ਨੂੰ। ਮੈਂ ਤਾਂ ਕਿਹਾ ਸੀ ਕੋਠੀ ਪਾ ਲਓ, ਉੱਥੇ ਪਲਾਟ ਪਏ ਐ, ਕੱਲ ਕੋਤਰ ਨੂੰ ਜਵਾਕ ਹੋ ਜਾਊ, ਫਿਰ ਔਖਾ ਹੋ ਜਾਣਾ ਹੈ। ਪਰ ਮੇਲੋ ਤੇ ਅਜਮੇਰ ਕਹਿੰਦੀਆਂ ਅਜੇ ਆਉਂਦੇ ਆ ਘਰ, ਗਰਮ ਫੁਲਕਾ ਖਾਂਦੇ ਆ, ਪਰਿਵਾਰ 'ਚ ਬਹਿੰਦੇ ਆ, ਵੇਖਾਂਗੇ। ਪਰ ਬੇਜੀ ਦੱਸ ਰਹੀ ਸੀ ਸਾਂਝੇ ਪਰਿਵਾਰ ਦੇ ਮੋਹ ਦਾ ਪੂਨਮ ਨੂੰ ਹੁਣ ਅਹਿਸਾਸ ਹੋ ਰਿਹਾ ਸੀ ਕਿ ਪਿੰਡ ਵਿੱਚ ਸਾਂਝਾ ਕਿਵੇਂ ਪੁੱਗਦੀਆਂ ਨੇ, ਕਿਵੇਂ ਬੱਚਿਆਂ ਦਾ ਸਰਬਪੱਖੀ ਵਿਕਾਸ ਹੁੰਦਾ ਹੈ, ਰਲ ਮਿਲ ਖੇਡਦੇ ਨੇ, ਸਹਿਣ ਸ਼ਕਤੀ ਬਣਦੀ ਹੈ। ਮੇਲੋ ਤੇ ਅਜਮੇਰ ਵਿੱਚ ਅਮਨ ਵੀ ਰਚ ਮਿਚ ਗਈ ਹੈ। ਰਾਜ ਦੀ ਜ਼ਿੰਦਗੀ ਦੀ ਗੱਡੀ ਲੀਹ ਉੱਤੇ ਆ ਗਈ ਹੈ। ਰਾਜ ਨੂੰ ਫਿਰ ਵੀ ਪੂਨਮ ਦਾ ਫਿਕਰ ਵੱਡ ਖਾਂਦਾ ਹੈ ਕਿ ਇਹਦੀ ਜ਼ਿੰਦਗੀ ਕਦੋਂ ਰਫ਼ਤਾਰ ਫੜੇਗੀ। ਮਾਰਚ ਮਹੀਨੇ ਵਿੱਚ ਕਿੰਨੀਆਂ ਹੀ ਛੁੱਟੀਆਂ ਆ ਗਈਆਂ। ਅਮਨਦੀਪ ਨੇ 2-3 ਸੀ ਲੀਵਸ ਲੈ ਕੇ ਹਫ਼ਤੇ ਤੋਂ ਉੱਪਰ ਛੁੱਟੀਆਂ ਬਣਾ ਲਈਆਂ ਤੇ ਆਪਣੇ ਪੇਕੇ ਗਈ ਹੋਈ। ਰਾਜ ਘਰ ਹੈ। ਹਰਬੰਸ ਤੇ ਰਾਜ ਐਡੀ ਵੱਡੀ ਵਾਹੀ ਨੂੰ ਖਿੱਚੀ ਫਿਰਦੇ ਹਨ। ਇੱਕ ਦਿਨ ਸਵੇਰੇ ਹੀ ਹਰਬੰਸ ਨੇ ਘਰ ਚੰਦਕੁਰ ਪਹੁੰਚ ਗਈ। ਭਗਵਾਨ ਕੁਰੇ ਭੈਣੇ ਕਿੱਥੇ ਹੈ ਮੇਰਾ ਪੁੱਤ? ਬਾਹਰਲੇ ਘਰੇ ਹੈ ਰਾਜ ਤੇ ਹਰਬੰਸ, ਸੀਰੀਆਂ ਤੋਂ ਤੂੜੀ ਨਾਲ ਸਬਾਤ ਭਰਾਈ ਜਾਂਦੇ ਆ, ਮੈਂ ਹੀ ਜਾਂਦੀ ਹਾਂ। ਚੰਦਕੁਰ ਬਾਹਰਲੇ ਘਰ ਜਾ ਕੇ ਬਾਹਰ ਵਿੱਚ ਹੀ ਖੜ ਗਈ। ਹਰਬੰਸ ਆਪ ਹੀ ਕੋਲ ਆ ਗਿਆ। ਦੱਸ ਚਾਚੀ। ਹਰਬੰਸ ਸਾਰੇ ਪਿੰਡ 'ਚੋਂ ਤੁਹਾਡਾ ਘਰ ਹੀ ਮੇਰਾ ਆਪਣਾ ਹੈ। ਪੁੱਤ ਇੱਕ ਮਸਲਾ ਹੱਲ ਕਰ। ਵੱਡੇ ਬਾਈ ਦੇ ਲਿਖੇ ਚੁਪੱਤਿਆਂ ਦਾ ਉਰਦੂ ਮੈਨੂੰ ਤਾਂ ਪੜ੍ਹਨਾ ਨਹੀਂ ਆਉਂਦਾ, ਉਹਦੇ ਵਿੱਚ ਹੈ ਬਥੇਰਾ ਕੁਛ, ਇਹ ਤੂੰ ਤਾਂ ਪੜ੍ਹ ਲੈਂਦਾ ਹੋਵੇਂਗਾ। ਮੈਂ ਤਾਂ ਆਪ ਨਹੀਂ ਸਿੱਖਿਆ, ਆਪਣੇ ਹਰਬੰਸ ਨੇ ਬਾਵਾ ਕਾਲਜ ਵਿੱਚ ਸਿੱਖ ਲਿਆ ਹੈ, ਮੈਂ ਭੇਜਦਾ ਉਹਨੂੰ ਤੇਰੇ ਕੋਲ। ਇੰਨਾ ਕਹਿ ਕੇ ਰਾਜ ਕੋਲ ਚਲਿਆ ਗਿਆ। ਚਾਚੀ ਮੱਥਾ ਟੇਕਦਾ, ਰਾਜ ਨੇ ਚੰਦਕੌਰ ਦੇ ਗੋਡੀਆਂ ਹੱਥ ਲਾ ਕੇ ਕਿਹਾ। ਪੁੱਤ ਉਰਦੂ ਵਾਚ ਲਵੇਂਗਾ? ਮੇਰਾ ਸ਼ੇਰ ਮੇਰੀ ਇਹ ਖੂਬੀ ਕੱਢ। ਘਰੇ ਫੜਾ ਜੀ, ਕੀ ਹੈ ਉਹਦੇ 'ਚ? ਰਾਜ ਨੇ ਕਿਹਾ। ਨਹੀਂ ਘਰ ਫੜਾਉਣ ਵਾਲਾ ਨਹੀਂ ਹੈ, ਸ਼ਿਸ਼ ਪੱਤ ਬਹੁਤ ਹੈ, ਕਿੰਨੇ ਹੀ ਪਰਨੋਟ ਨੇ ਤੇ ਚੁਪੱਤੇ। ਤੂੰ ਬਸ ਪੜ੍ਹ ਕੇ ਇਹੀ ਦੱਸ ਦੇਵੀਂ ਕਿ ਕਿਹਦਾ ਕੀ ਕੁਛ ਹੈ। ਮੇਰਾ ਪੁੱਤ ਗੱਲ ਨਾ ਕਰੀ ਕਿਸੇ ਕੋਲ। ਨਹੀਂ ਚਾਚੀ ਤੂੰ ਬੇਫਿਕਰ ਰਹਿ, ਮੈਂ ਬਾਈ ਨਾਲ ਗੱਲ ਕਰਕੇ ਦੱਸਦਾ, ਪੜ੍ਹ ਤਾਂ ਮੈਂ ਲਊਂਗਾ। ਰਾਜ ਹਰਬੰਸ ਕੋਲ ਚਲਿਆ ਗਿਆ। ਬਾਈ ਕਿਵੇਂ ਕਰਾਂ? ਚਾਚੀ ਕਹਿੰਦੀ ਹੈ ਘਰ ਚੱਲ। ਫੇਰ ਕੀ ਹੋ ਗਿਆ? ਵਿਆਹ ਨੂੰ ਤਾਂ ਗਿਆ ਸੀ, ਹੁਣ ਕੁਛ ਨਹੀਂ ਹੁੰਦਾ। ਹੜਾਂ ਦੇ ਚੜ੍ਹਾਅ ਕਦੋਂ ਦੇ ਉਤਰ ਗਏ, ਬਾਈ ਨੇ ਸਮਝਾ ਕੇ ਕਿਹਾ। ਰਾਜ ਫਿਰ ਚਾਚੀ ਕੋਲ ਆ ਗਿਆ। ਚਾਚੀ ਕਦੋਂ ਕੋ ਆਵਾਂ? ਤੂੰ 12 ਵਜੇ ਆ ਜਾਵੀਂ। ਰਾਜ ਨਹਾ ਧੋ ਕੇ ਰੋਟੀ ਖਾ ਕੇ ਪੈ ਗਿਆ। ਮਨ ਦੇ ਸਵਾਲਾਂ ਦੀ ਝੜੀ ਲਾ ਦਿੱਤੀ। ਉਹਦੇ ਕੋਲ ਕੋਈ ਜਵਾਬ ਨਹੀਂ ਹੈ। ਉਹਦੇ ਏੜਬਣ ਵਿੱਚ ਉਹਦੀ ਅੱਖ ਲੱਗ ਗਈ। ਉਹਨੂੰ ਸੁਪਨਾ ਆਇਆ ਜਣੀ ਦੀ। ਉਹਨਾਂ ਨੇ ਬਠਿੰਡੇ ਕੋਠੀ ਬਣਾਈ ਹੈ। ਪੂਨਮ ਕੋਠੀ ਦੇ ਬਾਹਰ ਲੱਗੀ ਵੇਲ ਨੂੰ ਹੱਥ ਵਿੱਚ ਫੜ ਕੇ ਗੁਣਗੁਣਾ ਰਹੀ ਹੈ। ਰਾਜ ਦੀਆਂ ਮਹਿਲਾਂ ਦੀ ਇਹ ਸੋਹਣੀ ਇੰਨੀ ਵੇਲ, ਸਾਨੂੰ ਦੱਸ ਸਾਡੇ ਸੱਜਣਾ ਦਾ ਹਾਲ। ਕਦੇ ਕਦਾਈ ਫੁੱਲ ਭੁਲੇਖੇ ਹੀ ਉਹਨੂੰ ਮੇਰਾ ਤੱਤੜੀ ਦਾ ਆਇਆ ਤਾਂ ਨਹੀਂ ਖਿਆਲ, ਹੋਣਾ ਵੀ ਖਿਆਲ।
ਜਦੋਂ ਉਹਦੇ ਕੰਨਾਂ ਵਿੱਚ ਇਹ ਆਵਾਜ਼ ਪੈਂਦੀ ਹੈ ਤਾਂ ਉਹ ਬਾਹਰ ਭੱਜਦਾ ਹੈ। ਜਦੋਂ ਉਹ ਉੱਥੇ ਜਾਂਦਾ ਹੈ ਤਾਂ ਗੀਤ ਦੇ ਬੋਲ ਕੰਨਾਂ ਵਿੱਚ ਲਗਾਤਾਰ ਪੈ ਰਹੇ ਹਨ, ਪਰ ਉਹ ਦਿਖਾਈ ਨਹੀਂ ਦਿੰਦੀ। ਇਸ ਭੱਜ ਦੌੜ ਵਿੱਚ ਉਹਨੂੰ ਭੱਜਦਿਆਂ ਉਹਦੀ ਅੱਖ ਖੁੱਲ੍ਹ ਗਈ। ਉਹਦੀਆਂ ਦੋਹਾਂ ਅੱਖਾਂ ਦੇ ਕੋਇਆਂ 'ਚੋਂ ਹੰਝੂ ਵਹਿ ਰਹੇ ਸਨ। ਉਹ ਤਾਂ ਸੁਪਨੇ ਵਿੱਚ ਵੀ ਨਹੀਂ ਲੱਭੀ ਤੇ ਊਂ ਤਾਂ ਕੀ ਮਿਲਣਾ ਸੀ। ਮਾਰਚ ਦਾ ਮਹੀਨਾ ਹੈ। ਉਹ ਪੂਨਮ ਦੀ ਬਾਲਵਾੜੀ ਦੀ ਛੁੱਟੀ ਦਾ ਸਮਾਂ ਵੇਖ ਕੇ ਚਾਚੀ ਦੀ ਕਚਹਿਰੀ ਵਿੱਚ ਆ ਹਾਜ਼ਰ ਹੋਇਆ। ਪੂਨਮ ਵੀ ਆ ਗਈ। ਸਤਿ ਸ਼੍ਰੀ ਅਕਾਲ ਕਹਿ ਕੇ ਦੂਜੀ ਕੁਰਸੀ ਉੱਤੇ ਬੈਠ ਗਈ। ਪਾਣੀ ਪੀਵੋਗੇ? ਨਹੀਂ, ਮੈਂ ਚਾਹ ਪੀ ਕੇ ਆਇਆ ਹਾਂ। ਦੱਸੋ। ਮਾਂ ਨੂੰ ਇੱਕ ਚਾਬੀ ਦਾ ਪਤਾ ਨਹੀਂ ਕਿਵੇਂ ਮਿਲ ਗਈ। ਲੋਹੇ ਦੀ ਸੇਫ ਅਸ਼ਟਾਮਾਂ ਦੀ ਭਰੀ ਪਈ ਹੈ। ਕਿਤੋਂ ਕਿੰਨੇ ਲੈਣੇ ਹੈ? ਤੁਸੀਂ ਪੰਜਾਬੀ ਵਿੱਚ ਇੱਕ ਰਜਿਸਟਰ ਵਿੱਚ ਲਿਖ ਦੇਵੋ। ਅਸ਼ਟਾਮਾਂ ਦੀ ਲੜੀ ਇਹ ਲਗਾ ਦਿੰਦੇ ਹਾਂ। ਮੈਂ ਤਾਂ ਕਿਹਾ ਸੀ, ਕਿਉਂ ਦੱਬੇ ਮੁਰਦੇ ਛੇੜਦੀ ਏ? ਅਸ਼ਟਾਮਾਂ ਜਿਹਾਂ ਨੂੰ ਮਚਾ ਦੇ। ਕਿਉਂ ਚਾਚੀ ਠੀਕ ਹੈ ਫਿਰ? ਮਾਇਆ ਕਿਹੜਾ ਨਾਲ ਜਾਣੀ ਹੈ? ਨਹੀਂ, ਮੈਂ ਕੇਰਾਂ ਚਾਨਣ ਜਿਹੇ 'ਚ ਹੋ ਜਾਵਾਂ। ਕਿਤੋਂ ਕੀ ਲੈਣਾ ਹੈ? ਹੋਰ ਬਸ ਕੁਛ ਨਹੀਂ, ਚਾਚੀ ਬੋਲੀ। ਪੂਨਮ ਨੇ ਰਾਜ ਨੂੰ ਰਜਿਸਟਰ ਤੇ ਪੈਨ ਫੜਾ ਦਿੱਤੇ। ਰਾਜ ਨੇ ਤਾਂ ਘੰਟੇ ਵਿੱਚ ਸਾਰਾ ਕੰਮ ਕੰਪਲੀਟ ਕਰ ਦਿੱਤਾ। ਚਾਚੀ ਹੋਰ ਦੱਸ। ਆਹ ਪੁੱਤ ਖੋਲ ਕੇ ਕਿਸੇ 'ਚ ਸੋਨੇ ਦਾ ਵੇਰਵਾ ਹੋਵੇ। ਇਹ ਚੁਪੱਤੇ ਤਾਂ ਪੜ੍ਹ ਲਵਾਂ, ਫਿਰ ਦੱਸਦਾ ਹਾਂ। ਰਾਜ ਨੇ ਸਾਰੇ ਚੁਪੱਤੇ ਫਰੋਲਣੇ ਸ਼ੁਰੂ ਕਰ ਦਿੱਤੇ। ਪੂਨਮ ਉੱਠੀ, ਗੁੜ ਘੋਲ ਲਿਆ, ਆਟੇ ਵਿੱਚ ਦੇਸੀ ਘਿਓ ਪਾ ਕੇ ਮਿੱਠਾ ਆਟਾ ਗੁੰਨ ਕੇ ਰੱਖ ਦਿੱਤਾ। ਚੁਪੱਤਿਆਂ ਉੱਤੇ ਉਹਨੇ ਵਾਹਵਾ ਮੱਥਾ ਮਾਰਿਆ ਤੇ ਪੂਨਮ ਨੇ ਪਾਣੀ ਫੜਾ ਦਿੱਤਾ। ਰਾਜ ਨੇ ਪੀ ਲਿਆ। ਰੋਟੀ ਤਿਆਰ ਕਰਨ ਲੱਗੀ ਹਾਂ। ਨਾ ਨਹੀਂ ਕਰਨੀ। ਸਵਿਤਰੀ ਵਿਹੜੇ ਵਿੱਚ ਹੈ, ਬੱਚੇ ਸਕੂਲ ਹਨ। ਮਾਂ ਅੰਦਰ ਚਲੀ ਗਈ ਹੈ। ਕੀ ਬਣਾਉਣ ਲੱਗੀ ਹੈ? ਗੁੜ ਵਾਲੀ ਮਿੱਠੀ ਪਰੌਂਠੀ। ਖਾ ਲਵੋਗੇ ਨਾ? ਅੰਬ ਦੇ ਅਚਾਰ ਤੇ ਦੇਸੀ ਘਿਓ ਨਾਲ। ਤੈਨੂੰ ਕਿਵੇਂ ਪਤਾ ਸੀ ਮੇਰੇ ਟੇਸਟ ਦਾ? ਪੂਨਮ ਨੇ ਹੌਕਾ ਲਿਆ ਪਰ ਬੋਲੀ ਕੁਝ ਨਹੀਂ। ਸਵਿਤਰੀ ਲਾ ਦਿੰਦੀ ਏ, ਪੂਨਮ ਪੁੱਤ ਤੂੰ ਰਾਜ ਤੋਂ ਸਾਰਾ ਕੁਝ ਸਮਝ ਲੈ। ਮਾਂ ਮੈਂ ਕੀ ਸਮਝਣਾ ਹੈ? ਕੀ ਪਤਾ ਕਦ ਉਡਾਰੀ ਮਾਰ ਜਾਵਾਂ। ਤੂੰ ਤੇ ਭਾਬੋ ਸਮਝੋ। ਮੈਂ ਤੈਨੂੰ ਕਿਤੇ ਨਹੀਂ ਜਾਣ ਦੇਣਾ। ਚੰਦ ਕੌਰ ਬੋਲੀ। ਤੂੰ ਕਹਿੰਦੀ ਤਾਂ ਸਹੀ, ਅਸੀਂ ਜਾਨ ਵਾਰ ਕੇ ਕਿਹੜਾ ਨਾ ਰੱਖ ਲੈਂਦੇ। ਰਾਜ ਨੇ ਆਪਣੇ ਮਨ ਵਿੱਚ ਕਿਹਾ। ਉਹ ਸੋਚ ਰਿਹਾ ਸੀ, ਰੱਬਾ ਇਹ ਸਮਾਂ ਰੁਕ ਜਾਵੇ। ਇਹ ਤਾਂ ਇੱਕ ਇੱਕ ਪਲ ਯਾਦਗਾਰੀ ਬਣ ਗਿਆ ਹੈ। ਮੈਂ ਪੂਨਮ ਦੇ ਸਿਜਦੇ ਵਿੱਚ ਬੈਠਾ ਹਾਂ ਤੇ ਰਵੈਣੀ ਦੀ ਛਾਂ ਵਰਗੀ ਇਸ ਕੁੜੀ ਕੋਲ ਬੈਠਾ ਮੈਂ ਜ਼ਿੰਦਗੀ ਵਿੱਚ ਜਿੱਤ ਕੇ ਹਾਰ ਗਿਆ। ਕਾਸ਼ ਕਿ ਇਹ ਗਜ਼ਲ ਬਣ ਕੇ ਮੇਰੀ ਜ਼ਿੰਦਗੀ ਵਿੱਚ ਟਹਿਕਦੀ ਜ਼ਿੰਦਗੀ ਦੀ ਜਾਂਚ ਵਰਗੀ ਇਹ ਕੁੜੀ, ਮੇਰੀ ਇਸ਼ਕ ਦੀ ਕਹਾਣੀ ਜੋ ਓਪੇਰਾ ਬਣਨੀ ਸੀ, ਉਹ ਸਮਾਜ ਦੇ ਢਹੇ ਚੜ੍ਹ ਗਈ। ਮੇਰੀ ਵੀਣਾ ਦੇ ਸਾਜ਼ ਹੱਥੋਂ ਡਿੱਗ ਪਏ ਤੇ ਟੁੱਟ ਗਏ। ਆਗਾਜ਼ ਤੋਂ ਪਹਿਲਾਂ ਹੀ ਅੰਜਾਮ ਹੋ ਗਿਆ। ਰਾਜ ਆਪਣਾ ਕੰਮ ਕਰਦਾ ਰਿਹਾ। ਪੂਨਮ ਹੁਣ ਮਨ ਦੀ ਕੋਈ ਸੱਦਰ ਨਹੀਂ ਸੀ ਰਹਿਣ ਦੇਣਾ ਚਾਹੁੰਦੀ। ਹੁਣ ਉਹ ਪਰੌਂਠੀਆਂ ਲਾਉਣ ਲੱਗ ਪਈ। ਪੂਰੇ ਚਾਅ ਨਾਲ 8-10 ਪਰੌਂਠੀਆਂ ਲਾ ਲਈਆਂ। ਇੱਕ ਇੱਕ ਕਰਕੇ 3 ਪਰੌਂਠੀਆਂ ਰਾਜ ਦੇ ਦੇਸੀ ਘਿਓ ਤੇ ਅੰਬ ਦੇ ਅਚਾਰ ਨਾਲ ਖਾ ਲਈਆਂ। ਕਿਹੋ ਜਿਹੀ ਸਥਿਤੀ ਬਣ ਗਈ ਹੈ। ਉਹ ਕੀ ਕਰੇ? ਰੋਟੀ ਲਈ ਸ਼ੁਕਰੀਆ ਕਿਵੇਂ ਕਰੇ? ਕਿੰਨਾ ਕੁਝ ਮਨ ਵਿੱਚ ਸੋਚਣਾ ਪੈ ਰਿਹਾ ਹੈ। ਪੂਨਮ ਪਰੌਂਠੀਆਂ ਤੇਰੀਆਂ ਬੜੀਆਂ ਸਵਾਦ ਸੀ, ਧੰਨਵਾਦ। ਤੁਸੀਂ ਸਾਰੇ ਖਾ ਲਵੋ, ਮੈਂ ਰਹਿੰਦਾ ਕੰਮ ਨਿਬੇੜ ਲਵਾਂ। ਪੂਨਮ ਨੇ ਉਹੀ ਪਲੇਟ ਚੁੱਕੀ ਤੇ ਇੱਕ ਪਰੌਂਠੀ ਰੱਖ ਲਈ। ਉਹ ਸੋਚਦੀ ਰਹੀ ਕਿ ਜੇ ਇਹ ਮੇਰੇ ਬਾਪ ਦਾ ਜਵਾਈ ਹੁੰਦਾ ਤਾਂ ਮੈਂ ਕਿੰਨੇ ਸ਼ਗਨ ਮਨਾਉਂਦੀ, ਮੈਂ ਵੀ ਕਿੰਨੇ ਚਾਅ ਕਰਦੀ। ਹੁਣ ਉਹ ਕੋਈ ਮਨ ਦਾ ਚਾਅ ਨਹੀਂ ਸੀ ਛੱਡਣਾ ਚਾਹੁੰਦੀ। ਇੱਕ ਪਰੌਂਠੀ ਖਾ ਕੇ ਉਹਨੇ ਕੱਪਾਂ ਵਿੱਚ ਚਾਹ ਪਾ ਲਈ। ਚੰਦ ਕੌਰ ਤੇ ਸਵਿਤਰੀ ਵੀ ਰੋਟੀ ਖਾ ਕੇ ਚਾਹ ਪੀਣ ਲੱਗ ਪਈਆਂ। ਸਾਰਿਆਂ ਨੇ ਬੈਠ ਕੇ ਯਾਦਗਾਰੀ ਪ੍ਰੀਤੀ ਭੋਜਨ ਕੀਤਾ ਤਾਂ ਇਹ ਪਲ ਯਾਦਗਾਰੀ ਬਣ ਗਏ। ਪੂਨਮ ਨੂੰ ਪਤਾ ਹੈ ਕਿ ਰਾਜ ਉੱਤੇ ਉਹਦਾ ਕੋਈ ਹੱਕ ਨਹੀਂ ਹੈ, ਪਰ ਉਹ ਇਹਨਾਂ ਪਲਾਂ ਨੂੰ ਨਹੀਂ ਸੀ ਗਵਾਉਣਾ ਚਾਹੁੰਦੀ। ਇਹ ਪਲ ਉਹ ਮਾਣ ਦੇ ਨਾਂ ਲੱਗ ਰਹੇ ਸਨ ਜਿਹੜੇ ਕਿਸੇ ਪਲ ਰਾਜ ਨੇ ਉਹਨੂੰ ਚਾਹਿਆ ਸੀ। ਵਾਅਦਾ ਤਾਂ ਭਾਵੇਂ ਕੋਈ ਨਹੀਂ ਸੀ ਕੀਤਾ, ਪਰ ਮਨ ਵਿੱਚ ਕੀਤੇ ਵਾਅਦੇ ਹੁਣ ਇੱਕ ਦੂਜੇ ਦਾ ਮਾਣ ਰੱਖਣ ਵੱਲ ਤੁਰ ਪਏ ਸਨ। ਪੂਰੇ 3 ਸਾਲ ਪਹਿਲਾਂ 7 ਮਾਰਚ ਦਾ ਦਿਨ ਸੀ ਜਦੋਂ ਉਹਨੇ ਪੂਨਮ ਦਾ ਦੁਪੱਟਾ ਭੁਲੇਖੇ ਨਾਲ ਆਪਣੇ ਸਿਰ ਉੱਤੇ ਬੰਨ੍ਹ ਲਿਆ ਸੀ। ਅੱਜ ਵੀ 7 ਮਾਰਚ ਹੈ। ਅੱਜ ਉਹਦੇ ਘਰ ਆ ਕੇ ਚੰਦ ਕੌਰ ਸਾਂਝੀ ਮਾਂ ਦੇ ਕੰਮ ਆ ਕੇ ਮਾਣ ਮਹਿਸੂਸ ਕਰ ਰਿਹਾ ਹੈ। ਇੰਨਾ ਵਿਸ਼ਵਾਸ ਵਾਲਾ ਕੰਮ ਚੰਦ ਕੌਰ ਨੇ ਉਹਨੂੰ ਸੌਂਪਿਆ ਹੈ। ਪਿੰਡ ਵਿੱਚ ਹੋਰ ਵੀ ਲੋਕ ਪੜ੍ਹੇ ਲਿਖੇ ਹਨ, ਤਾਂ ਹੀ ਤਾਂ ਉਹਨੇ ਮਾਣ ਮਰਿਆਦਾ ਨੂੰ ਤੱਤੀਵਾ ਨਹੀਂ ਲੱਗਣ ਦਿੱਤੀ। ਆਪ ਭਾਵੇਂ ਉਸਨੇ ਸਾਰੀ ਉਮਰ ਦਾ ਸੇਕ ਆਪਣੀ ਝੋਲੀ ਵਿੱਚ ਪਵਾ ਲਿਆ ਸੀ। ਰਾਜ ਨੇ ਕੰਮ ਖਤਮ ਕਰ ਦਿੱਤਾ ਹੈ ਤੇ ਕਹਿਣ ਲੱਗਾ, ਚਾਚੀ ਚੁਪੱਤਿਆਂ ਵਿੱਚ ਡੂਡੀਆਂ ਸਵਾਈਆਂ ਜਾਂ ਰਤਨ ਰਮੇਸ਼ ਦੇ ਵਿਆਹ ਦੇ ਹਿਸਾਬ ਕਿਤਾਬ ਦੇ ਸੋਨੇ ਦਾ ਤਾਂ ਕਿਤੇ ਵੀ ਵੇਰਵਾ ਨਹੀਂ ਹੈ। ਇਹਨਾਂ ਸਭ ਕੁਝ ਨੂੰ ਮੇਰੇ ਸਾਹਮਣੇ ਸਾਂਭ ਕੇ ਆਰਾਮ ਨਾਲ ਸੌਂ ਜਾਵੀਂ ਅੱਜ ਰਾਤ ਨੂੰ। ਚਾਚੀ ਚੰਦ ਕੌਰ ਮਗਰਲੀ ਸਵਾਤ ਵਰਗੇ ਵੱਡੇ ਕਮਰੇ ਵਿੱਚ ਸਾਰੇ ਚੁਪੱਤੇ ਵਗੈਰਾ ਲੈ ਗਈ। ਪੂਨਮ ਇੰਨਾ ਨੇੜੇ ਨਹੀਂ ਹੋਣਾ ਚਾਹੁੰਦੀ ਸੀ ਕਿ ਉਹਨਾਂ ਦੇ ਹਿਸਾਬ ਕਿਤਾਬ ਤੱਕ ਵੀ ਪਹੁੰਚ ਬਣਾ ਕੇ ਰੱਖਾਂ। ਮਾਂ ਦਾ ਬੜਾ ਕੁਝ ਨਿੱਜੀ ਹੈ। ਉਹ ਦੋਵੇਂ ਇਕੱਲੇ ਹਨ। ਪੂਨਮ
ਹੁਣ ਵਿਆਹ ਕਰਵਾ ਲੈ, ਜ਼ਿੰਦਗੀ ਵਿੱਚ ਇਹ ਵੀ ਜ਼ਰੂਰੀ ਹੈ। ਰਾਜ ਬੋਲਿਆ, ਤੁਹਾਡਾ ਹੁਕਮ ਸਿਰ ਮੱਥੇ ਪ੍ਰਵਾਨ। ਰਾਜ ਦੇ ਮੂੰਹੋਂ ਕੱਢੇ ਬੋਲ ਉਹਨੇ ਝੋਲੀ ਵਿੱਚ ਪਾ ਲਏ। ਹੁਕਮ ਨਹੀਂ, ਮਿੰਨਤ ਹੈ। ਜੋ ਗੁਨਾਹ ਕਰ ਬੈਠਾ ਹਾਂ ਬਖਸ਼ ਦੇ। ਜਿੱਥੇ ਮਰਜੀ ਜਦੋਂ ਮਰਜੀ ਅਜਮਾ ਲਈ, ਤੈਨੂੰ ਪਿੱਠ ਨਹੀਂ ਦੇਵਾਂਗਾ। ਜੀ ਸਭ ਤੁਹਾਡੀ ਮਿਹਰ ਸਦਕਾ ਇਹ ਵੀ ਠੀਕ ਹੋ ਜਾਵੇਗਾ, ਪਰ ਤੁਹਾਡੇ ਮਨ ਨੇ ਜੋ ਸੁਪਨਾ ਕਿਸੇ ਤਤੜੇ ਪਲ ਲੈ ਲਿਆ ਸੀ ਉਹਨੂੰ ਕਿਵੇਂ ਭੁਲਾਵਾਂਗੀ। ਪੂਨਮ ਇੱਕ ਰੋਈ ਨਹੀਂ, ਬਸ ਨਹੀਂ, ਉਹ ਨਹੀਂ ਭੁੱਲਣਾ। ਸਮਾਜ ਦੀ ਮਰਿਆਦਾ ਦੇ ਮੰਦਰ ਵਿੱਚ ਲੱਟ ਲੱਟ ਬਲਦੇ ਦੀਵੇ ਉੱਤੇ ਭੰਬਟ ਵਾਂਗ ਸੜ ਕੇ ਕੁਰਬਾਨੀ ਦਿੱਤੀ ਹੈ। ਉਹ ਕਿਵੇਂ ਭੁੱਲ ਜਾਵਾਂਗੇ ਜਦੋਂ ਤੱਕ ਜ਼ਿੰਦਾ ਰਹਾਂਗੇ, ਜਾਗਦੇ ਬੁਝਦੇ ਰਹਾਂਗੇ ਤੇ ਇੱਕ ਦੂਜੇ ਦੇ ਖੈਰ ਖਵਾਹ ਬਣ ਕੇ ਜੀਵਾਂਗੇ। ਅੱਲਾ ਬੇਲੀ ਮਨ ਦਾ ਸਾਰਾ ਦਰਦ ਆਪਣੇ ਆਪਣੇ ਹਿੱਸੇ ਦਾ ਆਪੋ ਆਪਣੀਆਂ ਝੋਲੀਆਂ 'ਚ ਪਵਾ ਲਿਆ ਤੇ ਇੰਨਾ ਕਹਿ ਕੇ ਰਾਜ ਤੁਰ ਪਿਆ।